ਸੰਗਤ ਜੀ, ਅੱਜ ਅਸੀਂ ਜਾਣਾਂਗੇ ਬਾਬਾ ਬੁੱਢਾ ਜੀ ਦੀ ਜੀਵਨੀ ਬਾਰੇ। ਧਰਮ ਦਾ ਪ੍ਰਮੁੱਖ ਮਨੋਰਥ ਮਨੁੱਖ ਨੂੰ ਉੱਚਾ ਸੁੱਚਾ, ਸੱਚਾ, ਸ੍ਰਿਸ਼ਟ ਅਤੇ ਪੂਰਨ ਬਣਾਉਣ ਦਾ ਹੁੰਦਾ ਹੈ। ਇਸ ਲਈ ਧਰਮ ਆਪਣੇ ਆਦਰਸ਼ ਲਈ ਕੰਮ ਕਰਦਾ ਹੈ ਤਾਂ ਕਿ ਇੱਕ ਨਰੋਏ ਅਤੇ ਕਦਰਾਂ ਕੀਮਤਾਂ ਦੇ ਨਿਰਧਾਰਿਤ ਸਮਾਜ ਦੀ ਸਿਰਜਣਾ ਹੋ ਸਕੇ। ਸਿੱਖ ਧਰਮ ਦੇ ਆਪਣੇ ਆਦਰਸ਼ ਹਨ। ਗੁਰਬਾਣੀ ਮਨੁੱਖ ਲਈ ਇੱਕ ਵਿਲੱਖਣ ਜੀਵਨ ਜਾਂਚ ਨਿਰਧਾਰਿਤ ਕਰਦੀ ਹੈ ਅਤੇ ਉਸ ਮਾਰਗ ਉੱਤੇ ਚੱਲਣ ਲਈ ਅਗਵਾਈ ਅਤੇ ਦਿਸ਼ਾ ਨਿਰਦੇਸ਼ ਕਰਦੀ ਹੈ ਤਾਂ ਕਿ ਮਨੁੱਖ ਉਸ ਰਸਤੇ ਉੱਤੇ ਚੱਲ ਕੇ ਆਪਣੇ ਲਕਸ਼ ਦੀ ਪੂਰਤੀ ਕਰਨ ਦੇ ਸਮਰੱਥ ਹੋ ਸਕੇ ਅਤੇ ਧਰਮ ਦੇ ਬਾਨੀਆਂ ਦੇ ਆਸ਼ੇ ਤੇ ਉਦੇਸ਼ ਦੀ ਪੂਰਤੀ ਕਰ ਸਕੇ। ਗੁਰਬਾਣੀ ਦਾ ਮੁੱਖ ਆਦਰਸ਼ ਇੱਕ ਗੁਰਮੁਖ ਦੀ ਘਾੜਤ ਘੜਨਾ ਹੈ, ਜਿਸ ਲਈ ਸਾਧ ਸੰਗਤ, ਸੰਤ, ਬ੍ਰਹਮ ਗਿਆਨੀ, ਜੀਵਨ ਮੁਕਤ ਸ਼ਬਦਾਂ ਦੀ ਵਰਤੋਂ ਵੀ ਗੁਰਬਾਣੀ ਵਿੱਚ ਕੀਤੀ ਹੋਈ ਮਿਲਦੀ ਹੈ। ਲੇਕਿਨ ਇਹਨਾਂ ਸਭ ਦਾ ਭਾਵ ਇੱਕੋ ਹੀ ਹੈ ਅਤੇ ਇਹ ਇੱਕੋ ਉਪਦੇਸ਼ ਵੱਲ ਇਸ਼ਾਰਾ ਕਰਦੇ ਹਨ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਆਪ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਹਿੱਤ ਲੰਮੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਆਪ ਨੇ ਆਪਣੇ ਧਰਮ ਦਾ ਪ੍ਰਯੋਜਨ ਸਿੱਧਾਂ ਨੂੰ ਦਿੱਤਾ। ਇੱਕ ਪ੍ਰਸ਼ਨ ਵਿੱਚ, ਕਿਸ ਕਾਰਨ ਗ੍ਰਹਿ ਭਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ ਦਾ ਉੱਤਰ ਹੈ ਗੁਰੂ ਨਾਨਕ ਦੇਵ ਜੀ ਦਿੰਦੇ ਹਨ, ਗੁਰਮੁਖ ਖੋਜਤ ਭਏ ਉਦਾਸੀ। ਗੁਰੂ ਨਾਨਕ ਦੇਵ ਜੀ ਇਹ ਉੱਤਰ ਦੇ ਦਿੱਤਾ। ਇਸ ਲਈ ਗੁਰੂ ਨਾਨਕ ਦੇਵ ਜੀ ਦਾ ਪ੍ਰਯੋਜਨ ਇੱਕ ਗੁਰਮੁਖ ਪੁਰਸ਼ ਪੈਦਾ ਕਰਨ ਦਾ ਸੀ, ਜੋ ਸਰਗੁਣ ਦੀ ਪੂਜਾ ਛੱਡ ਕੇ ਨਿਰਗੁਣ, ਜੋ ਨਿਰਗੁਣ ਅਤੇ ਸਰਗੁਣ ਦੋਵਾਂ ਦਾ ਸੁਮੇਲ ਸੀ, ਵਿੱਚ ਜੁੜ ਕੇ ਆਪਣੇ ਜੀਵਨ ਉਪਦੇਸ਼ ਭਾਵ ਆਤਮਾ ਅਤੇ ਪਰਮਾਤਮਾ ਦੇ ਮੇਲ ਲਈ ਹਮੇਸ਼ਾ ਯਤਨਸ਼ੀਲ ਹੋਵੇ ਅਤੇ ਗ੍ਰਹਿਸਤ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਹੱਸਦਿਆਂ, ਖਿਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ ਦੇ ਅਸੂਲ ਅਨੁਸਾਰ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਮੁਕਤੀ ਭਾਵ ਪ੍ਰਭੂ ਨਾਲ ਮਿਲਾਪ ਦਾ ਆਨੰਦ ਮਾਣ ਸਕੇ ਅਤੇ ਲੁਕਾਈ ਦੀ ਸੇਵਾ ਵਿੱਚ ਜੁੜ ਸਕੇ। ਇਸੇ ਉਪਦੇਸ਼ ਪੂਰਤੀ ਹਿੱਤ ਗੁਰੂ ਜੀ ਨੇ ਸੰਸਾਰਿਕ ਯਾਤਰਾਵਾਂ ਸਮੇਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਇੱਕ ਕਰ ਦਿੱਤਾ। ਜਿੱਥੇ ਗੁਰੂ ਜੀ ਦੇ ਉਪਦੇਸ਼ ਸਦਕਾ ਅਨੇਕਾਂ ਨੇ ਆਪਣੇ ਜੀਵਨ ਸਵਾਰੇ ਅਤੇ ਆਪਣੇ ਜੀਵਨ ਮਨੋਰਥ ਨੂੰ ਪ੍ਰਾਪਤ ਕੀਤਾ, ਉੱਥੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੀ ਪਹਿਲੀ ਪੂਰਤੀ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੀ ਸੰਪੂਰਨਤਾ ਵਿੱਚ ਦਿਖਾਈ ਦਿੰਦੀ ਹੈ। ਕਿਉਂਕਿ ਬਾਬਾ ਜੀ ਨੇ ਸਥਾਪਿਤ ਹੋ ਰਹੇ ਸਿੱਖ ਧਰਮ ਵਿੱਚ ਬਹੁਤ ਹੀ ਅਹਿਮ ਅਤੇ ਮਹੱਤਵਪੂਰਨ ਯੋਗਦਾਨ ਪਾਇਆ। ਆਪ ਜੀ ਇੱਕ ਪੂਰਨ ਗੁਰਮੁਖ, ਗੁਰੂ ਘਰ ਦੇ ਅਨੰਨ ਸੇਵਕ, ਸੁਯੋਗ ਪ੍ਰਬੰਧਕ ਅਤੇ ਗੁਰੂ ਸਿਧਾਂਤ ਦੇ ਨਿਪੁੰਨ ਵਿਆਖਿਆਕਾਰ ਅਤੇ ਪ੍ਰਚਾਰਕ ਸਨ। ਆਪ ਆਪਣੇ ਸਮੇਂ ਦੇ ਸਭ ਤੋਂ ਵੱਧ ਸਤਿਕਾਰਤ ਵਿਅਕਤੀ ਸਨ। ਆਪ ਜੀ ਦਾ ਜਨਮ 22 ਅਕਤੂਬਰ 1506 ਈਸਵੀ ਨੂੰ ਅੰਮ੍ਰਿਤਸਰ ਤੋਂ 18 ਕਿਲੋਮੀਟਰ ਉੱਤਰ ਪੂਰਬ ਵੱਲ ਇੱਕ ਪਿੰਡ ਕੱਥੂ ਨੰਗਲ ਵਿਖੇ ਹੋਇਆ ਸੀ। ਆਪ ਦੇ ਪਿਤਾ ਦਾ ਨਾਮ ਭਾਈ ਸੁੱਖਾ ਸੀ, ਜੋ ਰੰਧਾਵਾ ਗੋਤ ਦੇ ਸਨ ਅਤੇ ਮਾਤਾ ਦਾ ਨਾਮ ਮਾਈ ਗੌਰਾਂ ਸੀ। ਆਪ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਆਪ ਦਾ ਬਚਪਨ ਵਿੱਚ ਨਾਮ ਬੂੜਾ ਰੱਖਿਆ ਗਿਆ ਸੀ। ਇੱਕ ਦਿਨ ਆਪ ਜੀ ਦਰਿਆ ਰਾਵੀ ਦੇ ਨੇੜੇ ਰਮਦਾਸ ਵਿਖੇ ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਪਸ਼ੂ ਚਾਰ ਰਹੇ ਸਨ ਕਿ ਅਚਾਨਕ ਆਪ ਜੀ ਨੂੰ ਇੱਕ ਨੂਰੀ ਸੰਤ ਪੁਰਸ਼ ਦੇ ਆਉਣ ਬਾਰੇ ਪਤਾ ਲੱਗਾ, ਜਿਨ੍ਹਾਂ ਦਾ ਨਾਮ ਗੁਰੂ ਨਾਨਕ ਦੇਵ ਜੀ ਸੀ। ਗੁਰੂ ਜੀ ਕੋਲੋਂ ਦੀ ਲੰਘੇ ਜਦੋਂ ਆਪ ਪਸ਼ੂ ਚਾਰ ਰਹੇ ਸਨ। ਇਸ ਸਮੇਂ ਆਪ ਦੀ ਆਯੂ 12 ਸਾਲ ਦੀ ਸੀ। ਆਪ ਜੀ ਨੇ ਗੁਰੂ ਜੀ ਅੱਗੇ ਬੜੀ ਨਿਮਰਤਾ ਅਤੇ ਸਤਿਕਾਰ ਸਹਿਤ ਦੁੱਧ ਦਾ ਕਟੋਰਾ ਲੈ ਜਾ ਕੇ ਦੁੱਧ ਪੀਣ ਦੀ ਬੇਨਤੀ ਕੀਤੀ। ਇਸ ਸਮੇਂ ਆਪ ਦੀ ਗੁਰੂ ਨਾਨਕ ਦੇਵ ਜੀ ਨਾਲ ਵਾਰਤਾਲਾਪ ਹੋਈ ਅਤੇ ਆਪ ਜੀ ਨੇ ਨਾਲ ਹੀ ਅਰਦਾਸ ਕੀਤੀ, ਹੇ ਗਰੀਬ ਨਿਵਾਜ, ਤੇਰਾ ਦਰਸ਼ਨ ਕੀਤਾ ਹੈ, ਹੁਣ ਮੇਰਾ ਜਨਮ ਮਰਨ ਕੱਟ ਦਿਓ ਜੀ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਤੂੰ ਤਾਂ ਅਜੇ ਬਾਲਕ ਹੈ, ਤੈਨੂੰ ਇਹ ਬੁੱਧ ਕਿੱਥੋਂ ਪ੍ਰਾਪਤ ਹੋਈ ਹੈ? ਤਾਂ ਆਪ ਨੇ ਆਖਿਆ, ਜੀ ਸਾਡੇ ਪਿੰਡ ਵਿੱਚ ਮੁਗਲ ਆਣ ਉਤਰੇ ਸਨ, ਨਾਲੇ ਉਹਨਾਂ ਕੱਚੀਆਂ ਖੇਤੀਆਂ ਵੱਢ ਲਈਆਂ, ਨਾਲੇ ਪੱਕੀਆਂ ਨਾਲੇ ਡੱਡਰੀਆਂ। ਤਾਂ ਮੇਰੇ ਮਨ ਵਿੱਚ ਆਈ ਕਿ ਜੇ ਇਹਨਾਂ ਡਾਢਿਆਂ ਦਾ ਹੱਥ ਕਿਸੇ ਨਹੀਂ ਫੜਿਆ ਤਾਂ ਜੰਮਾਂ ਦਾ ਹੱਥ ਕਿਸ ਨੇ ਫੜਨਾ ਹੈ।
ਇਹ ਸੁਣ ਕੇ ਗੁਰੂ ਸਾਹਿਬ ਨੇ ਬਚਨ ਕੀਤਾ, ਤੂੰ ਤਾਂ ਬਾਲਕ ਨਹੀਂ, ਤੇਰੀ ਤਾਂ ਬੁੱਢਿਆਂ ਦੀ ਜੈਸੀ ਮੱਤ ਹੈ। ਤੂੰ ਤਾਂ ਬੁੱਢਾ ਹੈ, ਤੂੰ ਇੱਕ ਮਨ ਹੋ ਕੇ ਵਾਹਿਗੁਰੂ ਦਾ ਨਾਮ ਧਿਆਵੇਂਗਾ ਤਾਂ ਤੇਰਾ ਕਲਿਆਣ ਹੋਵੇਗਾ। ਇਸ ਤੋਂ ਬਾਅਦ ਆਪ ਜੀ ਦਾ ਨਾਮ ਬੁੱਢਾ ਪੈ ਗਿਆ ਅਤੇ ਇਸ ਉਪਦੇਸ਼ ਨੂੰ ਬਾਬਾ ਜੀ ਨੇ ਆਪਣੇ ਜੀਵਨ ਦਾ ਲਕਸ਼ ਬਣਾ ਲਿਆ ਅਤੇ ਘਰ-ਬਾਰ ਛੱਡ ਕੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਕਰਤਾਰਪੁਰ ਲੈਣ ਲੱਗੇ। ਬਾਬਾ ਜੀ ਦੇ ਪੁੱਛਣ 'ਤੇ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ ਦਾ ਤਰੀਕਾ ਸਮਝਾਇਆ। ਬਾਬਾ ਜੀ ਨੇ ਦਿਨ ਰਾਤ ਸਿਮਰਨ ਵਿੱਚ ਲਗਾ ਦਿੱਤਾ ਅਤੇ ਗੁਰੂ ਜੀ ਦੀ ਦੱਸੀ ਵਿਧੀ ਪ੍ਰਭੂ ਸਿਮਰਨ ਲਈ ਵਰਤੀ। ਇਸ ਤਰ੍ਹਾਂ ਬਾਬਾ ਜੀ ਦਿਨ ਰਾਤ ਪ੍ਰਭੂ ਸਿਮਰਨ ਵਿੱਚ ਮਸਤ ਰਹਿੰਦੇ ਅਤੇ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਜਨਮ ਸਫਲ ਕਰਦੇ। ਭਾਈ ਗੁਰਦਾਸ ਜੀ ਇਸ ਸੰਬੰਧੀ ਲਿਖਦੇ ਹਨ, ਜਿਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੇ। ਇਸ ਤਰ੍ਹਾਂ ਆਪ ਪੂਰਨ ਬ੍ਰਹਮ ਗਿਆਨੀ ਅਤੇ ਜੀਵਨ ਮੁਕਤ ਦੀ ਪਦਵੀ 'ਤੇ ਪਹੁੰਚ ਗਏ। ਆਪ ਜੀ ਦੇ ਉੱਚੇ ਸੁੱਚੇ ਅਤੇ ਸੱਚੇ, ਨਿਰਮਲ ਅਤੇ ਨਿਰਛਲ ਸਾਦਾ ਜੀਵਨ ਦਾ ਗੁਰੂ ਜੀ ਅਤੇ ਸਿੱਖ ਸੰਗਤਾਂ 'ਤੇ ਬਹੁਤ ਪ੍ਰਭਾਵ ਪਿਆ। ਬ੍ਰਹਮ ਗਿਆਨੀ ਦੀ ਪ੍ਰਾਪਤੀ ਉਪਰੰਤ ਆਪ ਸਮਾਧੀ ਲੀਨ ਹੋ ਕੇ ਅਟੰਕ ਹੋ ਕੇ ਨਹੀਂ ਬੈਠੇ, ਸਗੋਂ ਇੱਕ ਸੱਚੇ ਕਰਮ ਜੋਗੀ ਦੀ ਤਰ੍ਹਾਂ ਆਪ ਜੀ ਗੁਰੂ ਹੁਕਮ ਅਨੁਸਾਰ ਹਮੇਸ਼ਾ ਹੀ ਗੁਰੂ ਘਰ ਵਿੱਚ ਕਿਰਿਆਸ਼ੀਲ ਰਹਿੰਦੇ ਸਨ। ਗੁਰੂ ਜੀ ਦੇ ਖੇਤਾਂ ਦੀ ਸੰਭਾਲ, ਪਸ਼ੂਆਂ ਦੀ ਸੰਭਾਲ, ਲੰਗਰ ਦੀ ਸੇਵਾ, ਸੰਗਤ ਦੇ ਲਈ ਜਲ ਪਾਣੀ ਆਦਿ ਦੀ ਸੇਵਾ, ਬਾਣੀ ਪੜ੍ਹਾਉਣ ਤੇ ਪੜ੍ਹਨ ਦੀ ਸੇਵਾ ਅਤੇ ਬਾਣੀ ਵਿਆਖਿਆ ਦੀ ਸੇਵਾ ਵਿੱਚ ਦਿਨ ਰਾਤ ਮਗਨ ਹੋ ਜੁੜੇ ਰਹਿੰਦੇ ਸਨ। ਕਿਸੇ ਵੀ ਕਿਸਮ ਦੀ ਸੇਵਾ ਆਪ ਇੱਕ ਬੱਧਾ ਚੱਟੀ ਭਰੇ ਦੀ ਤਰ੍ਹਾਂ ਨਹੀਂ ਨਿਭਾਉਂਦੇ ਸਨ, ਸਗੋਂ ਪ੍ਰਭੂ ਪਿਆਰ ਵਿੱਚ ਭਿੱਜ ਕੇ ਉਸ ਪਿਆਰੇ ਦੀ ਮਿੱਠੀ ਯਾਦ ਵਿੱਚ ਜੁੜ ਕੇ ਅੰਤਰ ਆਤਮੇ ਰਸ ਗੁੜੁੰਦ ਹੋ ਅੰਦਰੋਂ ਮਨੋਂ ਉਮਾ ਖੁਸ਼ੀ, ਲਗਨ, ਸ਼ਰਧਾ ਅਤੇ ਪ੍ਰੇਮ ਨਾਲ ਕਰਦੇ ਸਨ। ਇਸੇ ਕਰਕੇ ਗੁਰੂ ਘਰ ਵਿੱਚ ਆਪ ਜੀ ਦਾ ਬਹੁਤ ਸਤਿਕਾਰ ਸੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਦੇ ਦਰਸ਼ਨ ਕਰਨ ਦਾ ਆਪ ਨੂੰ ਸੁਭਾਗ ਪ੍ਰਾਪਤ ਸੀ ਅਤੇ ਇਸ ਤੋਂ ਇਲਾਵਾ 5 ਗੁਰੂ ਸਾਹਿਬਾਨ ਨੂੰ ਗੁਰਿਆਈ ਦੇਣ ਦੀ ਰਸਮ ਨਿਭਾਉਣ ਦਾ ਮਾਣ ਆਪ ਨੂੰ ਹੀ ਮਿਲਿਆ ਸੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਉਪਰੰਤ ਬਾਬਾ ਜੀ ਦੇ ਜੀਵਨ ਵਿੱਚ ਆਈ ਤਬਦੀਲੀ ਬਾਰੇ ਅਤੇ ਇਸ ਤਰ੍ਹਾਂ ਸਥਾਪਿਤ ਇਤਿਹਾਸਕ ਸੱਚਾਈ ਨੂੰ ਇਤਿਹਾਸ ਦੁਆਰਾ ਬਿਆਨ ਕਰਨ ਦੀ ਸਮਰੱਥਾ ਦਾ ਜ਼ਿਕਰ ਕਰਦੇ ਹੋਏ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ, ਕੋਈ ਇਤਿਹਾਸਕਾਰ ਜਾਂ ਜੀਵਨੀਕਾਰ ਇਹ ਨਹੀਂ ਦੱਸ ਸਕਦਾ ਕਿ ਉਸ ਸਮੇਂ ਭਾਈ ਬੁੱਢਾ ਨਾਲ ਕੀ ਵਾਪਰਿਆ। ਸਧਾਰਨ ਇਤਿਹਾਸ ਬਾਹਰੀ ਤੱਥਾਂ ਦੇ ਵੇਰਵੇ ਦਿੰਦੇ ਹਨ, ਇਹ ਨਿਰਜਿੰਦ ਤੱਥਾਂ ਦੇ ਠੀਕ ਠਾਕ ਵੇਰਵੇ ਦਿੰਦੇ ਹਨ, ਜਿਹੜੇ ਬਹੁਤ ਕਰਕੇ ਗਲਤ ਹੁੰਦੇ ਹਨ। ਇਤਿਹਾਸ ਕੋਲ ਸਾਡੀ ਆਤਮਾ ਦੀ ਕੋਈ ਗਵਾਹੀ ਨਹੀਂ ਹੈ। ਭਾਵੇਂ ਕਿ ਆਪ ਜੀ ਦੀ ਵਿੱਦਿਆ ਪ੍ਰਾਪਤੀ ਬਾਰੇ ਪੁਰਾਤਨ ਇਤਿਹਾਸਕ ਸਰੋਤਾਂ ਤੋਂ ਬਹੁਤੀ ਅਤੇ ਠੀਕ ਜਾਣਕਾਰੀ ਨਹੀਂ ਮਿਲਦੀ, ਪਰੰਤੂ ਇਹ ਗੱਲ ਲਗਭਗ ਨਿਸ਼ਚਿਤ ਹੀ ਹੈ ਕਿ ਆਪ ਜੀ ਨੇ ਵਿੱਦਿਆ ਗੁਰੂ ਨਾਨਕ ਦੇਵ ਜੀ ਪਾਸੋਂ ਕਰਤਾਰਪੁਰ ਰਹਿ ਕੇ ਪ੍ਰਾਪਤ ਕੀਤੀ। ਆਪ ਜੀ ਦੁਨਿਆਵੀ ਵਿੱਦਿਆ ਦੇ ਨਾਲ ਅਧਿਆਤਮਕ ਵਿੱਦਿਆ ਵਿੱਚ ਵੀ ਪ੍ਰਬੀਨ ਸਨ। ਆਪ ਇੱਕ ਮਹਾਨ ਰਹੱਸਵਾਦੀ ਹੋਣ ਦੇ ਨਾਲ ਨਾਲ ਇੱਕ ਅਧਿਆਪਕ ਵੀ ਸਨ। ਆਪ ਗੁਰੂ ਨਾਨਕ ਅਤੇ ਦੂਸਰੇ ਗੁਰੂ ਸਾਹਿਬਾਨ ਦੀ ਪਾਵਨ ਪਵਿੱਤਰ ਬਾਣੀ ਦੇ ਰਸਈਏ ਸਨ ਅਤੇ ਵਿਆਖਿਆ ਸਮੇਂ ਸਹਿਜ ਨਾਲ ਹੀ ਟੁੱਕਾਂ ਦਿੰਦੇ ਸਨ ਤਾਂ ਕਿ ਗੁਰਬਾਣੀ ਸਿਧਾਂਤ ਸੰਗਤ ਨੂੰ ਸਪਸ਼ਟ ਅਤੇ ਸਰਲ ਹੋ ਜਾਏ। ਇਸ ਤਰ੍ਹਾਂ ਬਾਬਾ ਜੀ ਕਰਤਾਰਪੁਰ ਰਹਿੰਦੇ ਸਨ ਅਤੇ ਗੁਰੂ ਘਰ ਵਿੱਚ ਸੇਵਾ ਸਿਮਰਨ ਵਿੱਚ ਲੀਨ ਰਹਿ ਆਪਣਾ ਜੀਵਨ ਸਫਲ ਕਰ ਰਹੇ ਸਨ। ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਵਿਆਹ ਕਰਨ ਦੀ ਸੋਚੀ, ਪਰੰਤੂ ਬਾਬਾ ਜੀ ਨੇ ਵਿਆਹ ਕਰਾਉਣ ਤੋਂ ਬਿਲਕੁਲ ਨਾ ਕਰ ਦਿੱਤੀ, ਕਿਉਂਕਿ ਆਪ ਗ੍ਰਹਿਸਥ ਵਿੱਚ ਪੈਣਾ ਨਹੀਂ ਚਾਹੁੰਦੇ ਸਨ ਅਤੇ ਪ੍ਰਭੂ ਪ੍ਰੇਮ ਵਿੱਚ ਭਿੱਜ ਸਿਮਰਨ ਵਿੱਚ ਲੀਨ ਰਹਿ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਸਨ। ਬਾਬਾ ਜੀ ਦੇ ਨਾ ਕਰਨ ਉਪਰੰਤ ਆਪ ਦੇ ਮਾਤਾ ਪਿਤਾ ਗੁਰੂ ਨਾਨਕ ਦੇਵ ਜੀ ਪਾਸ ਆਏ ਅਤੇ ਬਾਬਾ ਜੀ ਦੇ ਵਿਆਹ ਦੀ ਬੇਨਤੀ ਕੀਤੀ। ਗੁਰੂ ਜੀ ਨੇ ਆਪ ਜੀ ਨੂੰ ਸੱਦਿਆ ਅਤੇ ਪਿਆਰ ਨਾਲ ਸਮਝਾਇਆ ਅਤੇ ਗ੍ਰਹਿਸਥ ਵਿੱਚ ਰਹਿ ਕੇ ਨਿਰਲੇਪ ਰਹਿਣ ਦੀ ਜੁਗਤ ਦੱਸੀ। ਜੈਸੇ ਜਲ ਮੇਂ ਕਮਲ ਨਿਰਲਾਮ ਮੁਰਗਾਈ ਨਿਸ਼ਾਨੇ,
ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਆਪ ਗੁਰੂ ਜੀ ਦਾ ਪਾਵਨ ਉਪਦੇਸ਼ ਸੁਣ ਹੁਕਮ ਮੰਨ ਆਪਣੇ ਮਾਤਾ ਪਿਤਾ ਨਾਲ ਆਪਣੇ ਪਿੰਡ ਕੱਥੂ ਨੰਗਲ ਚਲੇ ਗਏ। ਇਸ ਤਰ੍ਹਾਂ 17 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਦਾ ਵਿਆਹ 1523 ਈਸਵੀ ਨੂੰ ਪਿੰਡ ਅਚਲ, ਜਿਹੜਾ ਕਿ ਬਟਾਲਾ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਵਿਖੇ ਬੀਬੀ ਮਿਰੋਆ ਨਾਲ ਹੋਇਆ। ਬੀਬੀ ਮਿਰੋਆ ਜੱਟਾਂ ਦੇ ਸਮਾਗਰ ਗੋਤ ਵਿੱਚੋਂ ਸੀ। ਇਹਨਾਂ ਦੇ ਵਿਆਹ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ, ਪਰੰਤੂ ਗੁਰੂ ਜੀ ਤਾਂ ਕਿਸੇ ਕਾਰਨ ਕਰਕੇ ਵਿਆਹ ਵਿੱਚ ਸ਼ਾਮਿਲ ਨਾ ਹੋ ਸਕੇ। ਪਰ ਉਹਨਾਂ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਅਤੇ ਮਾਤਾ ਸੁਲੱਖਣੀ ਜੀ ਸ਼ਾਮਿਲ ਹੋਏ। ਕਰਤਾਰਪੁਰ ਰਹਿੰਦੇ ਹੋਏ ਜਦੋਂ ਗੁਰੂ ਨਾਨਕ ਦੇਵ ਜੀ ਬਿਰਧ ਅਵਸਥਾ ਵਿੱਚ ਪਹੁੰਚ ਗਏ, ਉਸ ਸਮੇਂ ਅਨੇਕਾਂ ਗੁਰਸਿੱਖ ਹਰ ਰੋਜ਼ ਦਰਸ਼ਨਾਂ ਨੂੰ ਆਉਂਦੇ। ਇਹਨਾਂ ਦੀ ਸੇਵਾ ਸੰਭਾਲ ਅਤੇ ਦੇਖਭਾਲ ਲਈ ਅਨੇਕਾਂ ਹੀ ਸੇਵਾਦਾਰ ਕਰਤਾਰਪੁਰ ਰਹਿਣ ਲੱਗ ਪਏ ਸਨ, ਜਿਨ੍ਹਾਂ ਨੂੰ ਹਜ਼ੂਰੀ ਸਿੱਖ ਆਖਿਆ ਜਾਂਦਾ ਸੀ। ਬਾਬਾ ਬੁੱਢਾ ਜੀ ਵੀ ਇਹਨਾਂ ਹਜ਼ੂਰੀ ਸਿੱਖਾਂ ਵਿੱਚੋਂ ਹੀ ਸਨ। ਅਖੀਰਲੇ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦੇ ਉੱਤਰਾਧਿਕਾਰੀ ਦੀ ਚੋਣ ਕਰਨੀ ਸੀ, ਤਦ ਬਾਬਾ ਬੁੱਢਾ ਜੀ ਨੂੰ ਨਾਲ ਲਿਆ ਅਤੇ ਭਾਈ ਲਹਿਣੇ ਦੀ ਕਰੜੀ ਪ੍ਰੀਖਿਆ ਲਈ ਗਈ। ਜਦੋਂ ਹਰ ਪੱਖੋਂ ਉਹਨਾਂ ਨੂੰ ਇਤਨੀ ਵੱਡੀ ਅਤੇ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਪਾਇਆ, ਤਦ ਗੁਰੂ ਸਾਹਿਬ ਨੇ ਭਾਈ ਲਹਿਣੇ ਨੂੰ ਆਪਣੇ ਜਿਉਂਦੇ ਜੀ ਗੁਰਗੱਦੀ ਸੌਂਪਣ ਦਾ ਫੈਸਲਾ ਲਿਆ। ਇਸ ਤਰ੍ਹਾਂ ਭਾਈ ਲਹਿਣੇ ਨੂੰ ਆਪਣਾ ਅੰਗ ਬਣਾ ਕੇ ਅੰਗਦ ਬਣਾ ਦਿੱਤਾ ਅਤੇ ਗੁਰਗੱਦੀ 'ਤੇ ਸਥਾਪਿਤ ਕਰ ਦਿੱਤਾ। ਇੱਥੇ ਕਮਾਲ ਦੀ ਅਸਚਰਜ ਕਰਨ ਵਾਲੀ ਗੱਲ ਇਹ ਹੈ ਕਿ ਗੁਰੂ ਪੁੱਤਰਾਂ ਨੇ ਇਸ ਨਿਯੁਕਤੀ ਦਾ ਵਿਰੋਧ ਕੀਤਾ, ਲੇਕਿਨ ਬਾਬਾ ਬੁੱਢਾ ਜੀ ਨੇ ਰੰਚਕ ਮਾਤਰ ਵੀ ਆਪਣੇ ਮਨ ਵਿੱਚ ਇਸ ਬਾਰੇ ਕੋਈ ਖਿਆਲ ਤੱਕ ਵੀ ਨਾ ਲਿਆਂਦਾ ਅਤੇ ਗੁਰੂ ਚੋਣ ਉੱਤੇ ਹੁਕਮ ਵਿੱਚ ਰਹਿੰਦੇ ਹੋਏ ਫੁੱਲ ਚੜ੍ਹਾਏ। ਆਪ ਨੇ ਆਪਣੇ ਮਨ ਵਿੱਚ ਕਦੇ ਅਜਿਹਾ ਭਾਵ ਪੈਦਾ ਨਹੀਂ ਹੋਣ ਦਿੱਤਾ ਕਿ ਗੱਦੀ 'ਤੇ ਹੱਕ ਮੇਰਾ ਬਣਦਾ ਸੀ, ਕਿਉਂਕਿ ਆਪ ਦੋਨੋਂ ਗੁਰੂ ਭਾਈ ਸਨ ਅਤੇ ਗੁਰੂ ਦਰਬਾਰ ਵਿੱਚ ਸੇਵਾ ਕਰਦੇ ਸਨ। ਸਗੋਂ ਇਸ ਦੇ ਉਲਟ ਗੁਰੂ ਹੁਕਮ ਵਿੱਚ ਖੁਸ਼ੀ, ਉਮਾ ਅਤੇ ਖੇੜੇ ਵਿੱਚ ਆਨੰਦ ਪ੍ਰਸੰਨ ਸਿਮਰਨ ਵਿੱਚ ਮਸਤ ਰਹੇ ਅਤੇ ਹਮੇਸ਼ਾ ਦੀ ਤਰ੍ਹਾਂ ਗੁਰੂ ਸੇਵਾ ਵਿੱਚ ਜੁਟੇ ਰਹੇ। ਗੁਰੂ ਅੰਗਦ ਨੂੰ ਗੁਰਿਆਈ ਦੇਣ ਲਈ ਦਿਨ ਨਿਯਮ ਕਰ ਦਿੱਤਾ ਗਿਆ ਅਤੇ ਦੂਰੋਂ ਨੇੜਿਓਂ ਸਭ ਸੰਗਤਾਂ ਨੂੰ ਸੱਦਿਆ ਗਿਆ। ਫਿਰ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇਣ ਦੀ ਰਸਮ ਬਾਬਾ ਬੁੱਢਾ ਜੀ ਨੇ ਨਿਭਾਈ। ਗੁਰੂ ਹੁਕਮ ਮੰਨ ਗੁਰੂ ਅੰਗਦ ਦੇਵ ਜੀ ਖਡੂਰ ਚਲੇ ਗਏ। ਛੇਤੀ ਹੀ ਪਿੱਛੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ। ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ 'ਤੇ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੇ ਰੋਸ ਕੀਤਾ। ਇਸ ਲਈ ਆਰੰਭ ਵਿੱਚ ਗੁਰੂ ਜੀ ਮਾਤਾ ਵਿਰਾਈ ਪਾਸ ਗੁਪਤਵਾਸ ਹੋ ਕੇ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਬਹਿਬਲ ਹੋ ਉੱਠੀਆਂ ਅਤੇ ਬਾਬਾ ਬੁੱਢਾ ਜੀ ਕੋਲ ਬੇਨਤੀ ਕੀਤੀ। ਬਾਬਾ ਜੀ ਨੇ ਸੰਗਤਾਂ ਦੀ ਹਾਲਤ ਦੇਖ ਕੇ ਮਾਤਾ ਵਿਰਾਈ ਰਾਹੀਂ ਗੁਰੂ ਅੰਗਦ ਦੇਵ ਜੀ ਨੂੰ ਭਾਲਿਆ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਏ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਗੁਪਤਵਾਸ ਤੋਂ ਪ੍ਰਗਟ ਕਰਨ ਦੀ ਵਡਿਆਈ ਵੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਈ। ਬਾਬਾ ਜੀ ਆਪਣੇ ਲੜਕਿਆਂ ਦਾ ਵਿਆਹ ਕਰਕੇ ਆਪ ਖਡੂਰ ਆ ਕੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਜੁਟ ਗਏ। ਇੱਥੇ ਆਪ ਨੇ ਗੁਰਮੁਖੀ ਦੀ ਪੜ੍ਹਾਈ ਵਿੱਚ ਕਾਫੀ ਯੋਗਦਾਨ ਪਾਇਆ। ਆਪ ਮਾਤਾ ਖੀਵੀ ਜੀ ਦੇ ਨਾਲ ਲੰਗਰ ਦੀ ਸੇਵਾ ਵਿੱਚ ਵੀ ਤਤਪਰ ਰਹਿੰਦੇ ਸਨ। ਗੁਰੂ ਅੰਗਦ ਦੇਵ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਗੁਰਗੱਦੀ ਅਮਰਦਾਸ ਜੀ ਨੂੰ ਦੇਣ ਦਾ ਫੈਸਲਾ ਕਰ ਲਿਆ। ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੇਣ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਕਰਵਾਈ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨੂੰ ਸਿੱਖੀ ਦਾ ਨਵਾਂ ਪ੍ਰਚਾਰ ਕੇਂਦਰ ਸਥਾਪਿਤ ਕੀਤਾ। ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦਿਆਂ ਦਾਤੂ ਨੇ ਗੁਰਗੱਦੀ 'ਤੇ ਆਪਣਾ ਵਿਰਾਸਤੀ ਹੱਕ ਜਤਾਇਆ ਅਤੇ ਗੁਰੂ ਜੀ ਨਾਲ ਝਗੜਾ ਕਰ ਲਿਆ। ਗੁਰੂ ਜੀ ਗੋਇੰਦਵਾਲ ਛੱਡ ਕੇ ਬਾਸਰਕੇ ਆ ਕੇ ਗੁਪਤਵਾਸ ਹੋ ਗਏ, ਬੰਦਗੀ ਵਿੱਚ ਲੀਨ ਹੋ ਗਏ। ਹੁਣ ਗੋਇੰਦਵਾਲ ਵਿਖੇ ਸਿੱਖ ਸੰਗਤਾਂ ਦਰਸ਼ਨਾਂ ਲਈ ਬਹਿਬਲ ਹੋ ਉੱਠੀਆਂ। ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੂੰ ਭਾਲਣ ਦੀ ਬੇਨਤੀ ਕੀਤੀ। ਬਾਬਾ ਜੀ ਨੇ ਘੋੜੀ ਦੀ ਮਦਦ ਨਾਲ ਉਹ ਕੱਚਾ ਕੋਠਾ ਲੱਭ ਲਿਆ, ਜਿਸ ਵਿੱਚ ਬੈਠ ਕੇ ਗੁਰੂ ਜੀ ਸਮਾਧੀ ਸਥਿਤ ਬੰਦਗੀ ਵਿੱਚ ਲੀਨ ਸਨ।
ਗੁਰੂ ਅਮਰਦਾਸ ਜੀ ਨੇ ਬੂਹਾ ਖੋਲ੍ਹਣੋਂ ਮਨ੍ਹਾ ਕੀਤਾ ਹੋਇਆ ਸੀ। ਬਾਬਾ ਜੀ ਨੇ ਗੁਰੂ ਦਾ ਹੁਕਮ ਮੰਨਦੇ ਹੋਏ ਕੋਠੇ ਦੇ ਪਿਛਲੇ ਪਾਸੇ ਤੋਂ ਸੰਨ ਲਾ ਕੇ ਰਸਤਾ ਬਣਾ ਲਿਆ ਅਤੇ ਗੁਰੂ ਦਰਸ਼ਨ ਕੀਤੇ ਅਤੇ ਇਸ ਤਰ੍ਹਾਂ ਸਾਰੀ ਸੰਗਤ ਵੀ ਦਰਸ਼ਨਾਂ ਹਿਤ ਅੰਦਰ ਆ ਗਈ। ਗੁਰੂ ਜੀ ਬਾਬਾ ਬੁੱਢਾ ਜੀ ਦੀ ਸ਼ਰਧਾ ਭਾਵਨਾ ਅਤੇ ਸੂਖਮ ਸੂਝ ਤੇ ਸਿਆਣਪ ਤੋਂ ਬਹੁਤ ਪ੍ਰਭਾਵਿਤ ਹੋਏ। ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਵਾਪਸ ਗੋਇੰਦਵਾਲ ਆ ਗਏ। ਬਾਬਾ ਜੀ ਇੱਥੇ ਸੇਵਾ ਵਿੱਚ ਜੁਟੇ ਰਹਿੰਦੇ ਸਨ ਅਤੇ ਸਮੁੱਚੀ ਗੁਰੂ ਘਰ ਦੀ ਮਰਿਆਦਾ ਨੂੰ ਦ੍ਰਿੜਤਾ ਨਾਲ ਨਿਭਾਉਂਦੇ ਸਨ। ਗੁਰੂ ਜੀ ਨੇ 1552 ਈਸਵੀ ਵਿੱਚ ਬਾਬਾ ਬੁੱਢਾ ਜੀ ਪਾਸੋਂ ਬਾਉਲੀ ਦਾ ਪਹਿਲਾ ਟੱਕ ਲਗਵਾਇਆ ਅਤੇ ਇਸ ਪਵਿੱਤਰ ਕਾਰਜ ਦੀ ਦੇਖਭਾਲ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ। ਨਾਲ ਹੀ ਸਿੱਖੀ ਦੇ ਪ੍ਰਚਾਰ ਹਿੱਤ ਅਤੇ ਇਸ ਨੂੰ ਨਿਯਮਿਤ ਕਰਨ ਹਿੱਤ ਗੁਰੂ ਸਾਹਿਬ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਇਹਨਾਂ ਮੰਜੀਆਂ ਦਾ ਮੁੱਖ ਪ੍ਰਬੰਧਕ ਵੀ ਬਾਬਾ ਬੁੱਢਾ ਜੀ ਨੂੰ ਹੀ ਨਿਯੁਕਤ ਕੀਤਾ ਗਿਆ। ਗੁਰੂ ਅਮਰਦਾਸ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਰਾਮਦਾਸ ਜੀ ਨੂੰ ਗੁਰਗੱਦੀ ਦੇਣ ਦਾ ਫੈਸਲਾ ਕਰ ਲਿਆ। ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਦੇਣ ਸਮੇਂ ਗੁਰਿਆਈ ਦੀ ਰਸਮ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਹੀ ਕਰਵਾਈ। ਨਾਲ ਹੀ ਬਾਬਾ ਬੁੱਢਾ ਜੀ ਨੇ ਤੀਸਰੇ ਗੁਰੂ ਅਮਰਦਾਸ ਜੀ ਦੀਆਂ ਅੰਤਿਮ ਰਸਮਾਂ ਵੀ ਆਪ ਕੀਤੀਆਂ ਸਨ। ਗੁਰੂ ਰਾਮਦਾਸ ਜੀ ਨੇ ਗੁਰਗੱਦੀ 'ਤੇ ਉੱਤਰਿਕ ਅਧਿਕਾਰੀ ਸਥਾਪਿਤ ਹੋਣ ਉਪਰੰਤ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਰਾਮਦਾਸਪੁਰ ਦੀ ਸਥਾਪਨਾ ਕੀਤੀ। ਇੱਥੇ ਆਪ ਉਸ ਜਗ੍ਹਾ 'ਤੇ ਅੰਮ੍ਰਿਤ ਸਰੋਵਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੋਈ ਸੀ। ਇਸ ਲਈ ਇਸ ਸਥਾਨ ਦੀ ਨਿਸ਼ਾਨਦੇਹੀ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੋਂ ਕਰਵਾ ਕੇ ਅੰਮ੍ਰਿਤ ਸਰੋਵਰ ਦਾ ਟੱਕ ਵੀ ਲਗਵਾਇਆ ਅਤੇ ਇਸ ਮਹਾਨ ਸੇਵਾ ਦੀ ਜ਼ਿੰਮੇਵਾਰੀ ਅਤੇ ਮੁੱਖ ਸੇਵਾਦਾਰ ਬਾਬਾ ਜੀ ਨੂੰ ਹੀ ਨਿਯੁਕਤ ਕਰ ਦਿੱਤਾ। ਬਾਬਾ ਜੀ ਨੇ ਬੜੀ ਲਗਨ, ਸ਼ਰਧਾ ਅਤੇ ਪ੍ਰੇਮ ਭਾਵ ਨਾਲ ਇਸ ਸਰੋਵਰ ਦੀ ਸੇਵਾ ਨਿਭਾਈ। ਜਿਸ ਥਾਂ ਉੱਤੇ ਬੈਠ ਕੇ ਬਾਬਾ ਜੀ ਇਸ ਪਾਵਨ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਉਹ ਥਾਂ ਅੱਜ ਵੀ ਦਰਬਾਰ ਸਾਹਿਬ ਵਿੱਚ ਬੇਰ ਬਾਬਾ ਬੁੱਢਾ ਜੀ ਦੇ ਨਾਮ ਨਾਲ ਇਤਿਹਾਸਕ ਯਾਦ ਵਜੋਂ ਸੁਰੱਖਿਅਤ ਹੈ। ਇਸੇ ਸਰੋਵਰ ਦੇ ਨਾਮ 'ਤੇ ਇਸ ਦਾ ਨਾਮ ਵੀ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ। ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਇਹ ਨਗਰ ਸਿੱਖਾਂ ਦਾ ਧਾਰਮਿਕ ਕੇਂਦਰ ਬਣ ਗਿਆ। ਗੁਰੂ ਰਾਮਦਾਸ ਜੀ ਨੇ ਆਪਣਾ ਅੰਤਿਮ ਸਮਾਂ ਨਜ਼ਦੀਕ ਜਾਣ ਕੇ ਗੁਰਿਆਈ ਦਾ ਫੈਸਲਾ ਕਰਨ ਲਈ ਬਾਬਾ ਬੁੱਢਾ ਜੀ ਨਾਲ ਸਲਾਹ ਕੀਤੀ ਕਿ ਗੁਰਗੱਦੀ ਕਿਸ ਨੂੰ ਸੌਂਪਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਬਾਬਾ ਜੀ ਨੇ ਸਲਾਹ ਦਿੱਤੀ ਕਿ ਪ੍ਰਿਥੀ ਚੰਦ ਅਧਿਆਤਮਕ ਪੱਖੋਂ ਅਧੂਰਾ, ਲਾਲਚੀ ਅਤੇ ਈਰਖਾਲੂ ਹੈ ਜੋ ਕਿ ਗੁਰੂਤਾ ਦੇ ਇਸ ਭਾਰ ਨੂੰ ਚੁੱਕਣ ਦੇ ਯੋਗ ਨਹੀਂ ਹੈ। ਮਹਾਦੇਵ ਉਦਾਸੀ ਹੋਣ ਕਰਕੇ ਹਮੇਸ਼ਾ ਅਟੰਕ ਰਹਿੰਦਾ ਹੈ। ਅਰਜਨ ਸੇਵਾ ਸਿਮਰਨ, ਨਿਮਰਤਾ ਅਤੇ ਗਰੀਬੀ ਵਿੱਚ ਰਹਿੰਦੇ ਹਨ ਜੋ ਕਿ ਗੁਰਗੱਦੀ 'ਤੇ ਇਸ ਭਾਰ ਨੂੰ ਚੁੱਕਣ ਦੇ ਯੋਗ ਅਤੇ ਸਮਰੱਥ ਹੈ। ਅਤੇ ਇਸ ਤੋਂ ਇਲਾਵਾ ਇਹਨਾਂ ਨੂੰ ਦੋਹਿਤਾ ਬਾਣੀ ਦਾ ਬੋਹਿਤਾ ਦਾ ਵਰ ਵੀ ਪ੍ਰਾਪਤ ਹੈ। ਸੋ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪਣ ਦਾ ਫੈਸਲਾ ਕਰ ਲਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਵਾਈਆਂ। ਗੁਰੂ ਅਰਜਨ ਦੇਵ ਜੀ ਨੇ ਉਸਾਰੀ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਅਤੇ ਪ੍ਰਬੰਧ ਬਾਬਾ ਬੁੱਢਾ ਜੀ ਨੂੰ ਸੰਭਾਲ ਦਿੱਤਾ। ਪ੍ਰਿਥੀ ਚੰਦ ਈਰਖਾ ਦੀ ਅੱਗ ਵਿੱਚ ਸੜਦਾ ਰਿਹਾ ਅਤੇ ਹਰ ਹੀਲਾ ਗੁਰਗੱਦੀ 'ਤੇ ਹੱਕ ਜਿਤਾਉਣ ਹਿੱਤ ਵਰਤਦਾ ਰਿਹਾ। ਇਸ ਲਈ ਉਸਨੇ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਪਰ ਇਹ ਸਾਰੀਆਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਯਤਨਾਂ ਕਰਕੇ ਨਿਸਫਲ ਹੁੰਦੀਆਂ ਰਹੀਆਂ। ਇਹਨਾਂ ਦੋਵਾਂ ਮਹਾਂਪੁਰਖਾਂ ਦੇ ਯਤਨਾਂ ਅਤੇ ਪ੍ਰਚਾਰ ਸਦਕਾ ਸੰਗਤਾਂ ਪ੍ਰਿਥੀ ਚੰਦ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਪ੍ਰਭਾਵਿਤ ਨਾ ਹੋਈਆਂ ਅਤੇ ਗੁਰੂ ਘਰ ਨਾਲ ਜੁੜੀਆਂ ਰਹੀਆਂ। ਸੰਗਤਾਂ ਨੂੰ ਗੁਰਬਾਣੀ ਸਿਧਾਂਤ ਨਾਲ ਜੋੜਨ ਹਿੱਤ ਅਤੇ ਅਸਲੀ ਹਾਲਾਤ ਤੋਂ ਜਾਣੂ ਕਰਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਮਾਝੇ ਅਤੇ ਦੁਆਬੇ ਦਾ ਪ੍ਰਚਾਰ ਦੌਰਾ ਕੀਤਾ। ਇਸ ਸਮੇਂ ਗੁਰੂ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਬੀੜ ਵਿੱਚ ਚਲੇ ਗਏ। ਇੱਥੇ ਆਪ ਗੁਰੂ ਘਰ ਦੇ ਖੇਤਾਂ ਦੀ ਰਖਵਾਲੀ ਕਰਦੇ ਅਤੇ ਪਸ਼ੂਆਂ ਦੀ ਸੰਭਾਲ ਕਰਦੇ ਸਨ ਅਤੇ ਹਮੇਸ਼ਾ ਪ੍ਰਭੂ ਸਿਮਰਨ ਵਿੱਚ ਲੀਨ ਰਹਿੰਦੇ ਸਨ। ਇਸ ਲਈ ਇੱਥੇ ਆਪ ਨੇ ਸਾਰਾ ਸਮਾਂ ਗੁਰੂ ਘਰ ਦੀ ਸੇਵਾ ਅਤੇ ਸਿਮਰਨ ਵਿੱਚ ਬਤੀਤ ਕੀਤਾ।
ਇੱਧਰ ਪ੍ਰਿਥੀ ਚੰਦ ਅਤੇ ਉਸ ਦੀ ਘਰਵਾਲੀ ਬੀਬੀ ਕਰਮੋਂ ਗੁਰੂ ਘਰ ਦੀਆਂ ਰੌਣਕਾਂ ਦੇਖ ਕੇ ਸੜਦੇ ਰਹਿੰਦੇ ਅਤੇ ਈਰਖਾ ਕਰਦੇ। ਗੁਰੂ ਅਰਜਨ ਦੇਵ ਜੀ ਦੇ ਔਲਾਦ ਨਾ ਹੋਣ ਕਰਕੇ ਉਹ ਦੋਵੇਂ ਇਹ ਸੋਚ ਕੇ ਖੁਸ਼ ਹੁੰਦੇ ਸਨ ਕਿ ਸਭ ਕੁਝ ਦੇ ਮਾਲਕ ਉਹਨਾਂ ਦੇ ਸਪੁੱਤਰ ਹੀ ਹੋਣਗੇ ਅਤੇ ਉਹ ਮਾਤਾ ਗੰਗਾ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਅਤੇ ਤਾਨੇ ਮਿਹਣੇ ਮਾਰਦੇ ਰਹਿੰਦੇ ਸਨ। ਇੱਕ ਦਿਨ ਇਹਨਾਂ ਦੇ ਤਾਨਿਆਂ ਮਿਹਣਿਆਂ ਤੋਂ ਤੰਗ ਆ ਕੇ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਕੋਲ ਪੁੱਤਰ ਲਈ ਬੇਨਤੀ ਕੀਤੀ, ਜਿਸ ਦੇ ਉੱਤਰ ਵਿੱਚ ਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਪਾਸ ਅਰਦਾਸ ਕਰਨ ਲਈ ਕਿਹਾ। ਗੁਰੂ ਜੀ ਦਾ ਬਚਨ ਮੰਨ ਕੇ ਮਾਤਾ ਗੰਗਾ ਜੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਪ੍ਰਸ਼ਾਦੇ ਤਿਆਰ ਕਰਕੇ ਬੀੜ ਬਾਬਾ ਬੁੱਢਾ ਜੀ ਵੱਲ ਚੱਲ ਪਏ। ਜਦੋਂ ਦੂਰੋਂ ਬਾਬਾ ਜੀ ਨੇ ਮਾਤਾ ਜੀ ਅਤੇ ਸੇਵਾਦਾਰਾਂ ਨੂੰ ਆਉਂਦੇ ਦੇਖਿਆ ਤਾਂ ਗਦਗਦ ਹੋ ਗਏ ਅਤੇ ਪ੍ਰਸ਼ਾਦਾ ਛਕਦੇ ਹੋਇਆਂ ਨੇ ਸੂਰਬੀਰ ਪੁੱਤਰ ਪੈਦਾ ਹੋਣ ਦਾ ਵਾਰ ਦਿੱਤਾ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਵਡਾਲੀ ਪਿੰਡ ਆ ਗਏ। ਗੁਰੂ ਜੀ ਨਾਲ ਅਨੇਕਾਂ ਸੰਗਤਾਂ ਵੀ ਵਡਾਲੀ ਆ ਟਿਕੀਆਂ। ਇੱਥੇ ਹੀ ਵਡਾਲੀ ਵਿਖੇ ਮਾਤਾ ਗੰਗਾ ਜੀ ਦੇ ਪਾਵਨ ਗ੍ਰਹਿ ਵਿਖੇ ਬਾਲਕ ਹਰਗੋਬਿੰਦ ਦਾ ਪ੍ਰਕਾਸ਼ ਹੋਇਆ। ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਹਿੱਤ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਅਤੇ ਸੰਪਾਦਨ ਕੀਤਾ, ਜਿਸ ਦੀ ਹਰਿਮੰਦਰ ਸਾਹਿਬ ਵਿਖੇ ਸਥਾਪਨਾ ਸਮੇਂ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਇਸ ਤਰ੍ਹਾਂ ਸਿੱਖ ਧਰਮ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਵੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਦਾ ਫੈਸਲਾ ਕੀਤਾ ਤਾਂ ਬਾਬਾ ਬੁੱਢਾ ਜੀ ਨੇ ਇਸ ਨੂੰ ਪੜ੍ਹਾਉਣ ਅਤੇ ਪ੍ਰਚਾਰਨ ਦਾ ਕੰਮ ਆਪਣੇ ਜ਼ਿੰਮੇ ਲਿਆ ਸੀ। ਇਸੇ ਲਈ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਹਰਗੋਬਿੰਦ ਜੀ ਨੂੰ ਪੜ੍ਹਾਉਣ ਦੀ ਸੇਵਾ ਸੌਂਪੀ, ਜੋ ਆਪ ਨੇ ਪੂਰੀ ਸ਼ਰਧਾ, ਲਗਨ ਅਤੇ ਤਨਦੇਹੀ ਨਾਲ ਨਿਭਾਈ ਅਤੇ ਗੁਰੂ ਹਰਗੋਬਿੰਦ ਜੀ ਨੂੰ ਹਰ ਪ੍ਰਕਾਰ ਭਾਵ ਸ਼ਸਤਰ ਅਤੇ ਸ਼ਾਸਤਰ, ਘੋੜ ਸਵਾਰੀ, ਤੀਰ ਅੰਦਾਜ਼ੀ ਅਤੇ ਨੇਜਾਬਾਜ਼ੀ ਦੀ ਸਿੱਖਿਆ ਦੇ ਕੇ ਨਿਪੁੰਨ ਬਣਾ ਦਿੱਤਾ। ਇਸ ਤਰ੍ਹਾਂ ਬਾਬਾ ਜੀ ਨੇ ਗੁਰੂ ਸਪੁੱਤਰ ਅਤੇ ਭਵਿੱਖਤ ਗੁਰੂ ਨੂੰ ਹਰ ਪੱਖੋਂ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਬਣਾਉਣ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਦੇ ਫਲਸਰੂਪ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਗੁਰਗੱਦੀ ਸੰਭਾਲਣ ਤੋਂ ਤੁਰੰਤ ਬਾਅਦ ਯੁੱਧ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ, ਤਾਂ ਕਿ ਮੁਗਲਾਂ ਨੂੰ ਭਾਜ ਦਿੱਤੀ ਜਾ ਸਕੇ ਅਤੇ ਜ਼ਾਲਮਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪਵੇ। ਉਸ ਸਮੇਂ ਦੇ ਪ੍ਰਵਾਨਿਤ ਅਤੇ ਸਤਿਕਾਰਤ ਸਿੱਖਾਂ ਵਿੱਚ ਭਾਈ ਗੁਰਦਾਸ ਤੋਂ ਪਿੱਛੋਂ ਆਪ ਦਾ ਨਾਮ ਆਉਂਦਾ ਹੈ। ਆਪ ਜੀ ਇੱਕ ਚੰਗੇ ਵਿਦਵਾਨ, ਸਿੱਖੀ ਵਿੱਚ ਦ੍ਰਿੜ, ਪੂਰਨ ਅਤੇ ਸ਼ਬਦ ਅਰਥ ਨੂੰ ਸਮਝਣ ਅਤੇ ਸਮਝਾਉਣ ਦੀ ਯੋਗਤਾ ਰੱਖਦੇ ਸਨ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਉਪਰੰਤ ਗੁਰੂ ਹਰਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ। ਗੁਰੂ ਜੀ ਨੇ ਇਸ ਦੀ ਨੀਂਹ ਰੱਖੀ ਅਤੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਇਸ ਨੂੰ ਮੁਕੰਮਲ ਕੀਤਾ। ਇੱਥੇ ਹੀ ਗੁਰੂ ਹਰਗੋਬਿੰਦ ਜੀ ਦੀ ਗੱਦੀ ਨਸ਼ੀਨੀ ਦੀ ਰਸਮ ਹੋਈ। ਗੁਰੂ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਗੁਰਿਆਈ ਦੇਣ ਦੀਆਂ ਰਸਮਾਂ ਨਿਭਾਈਆਂ ਅਤੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾਈਆਂ, ਤਾਂ ਜੋ ਜ਼ਾਲਮ ਅਤੇ ਜਾਬਰ ਹਕੂਮਤ ਦੀਆਂ ਵਧੀਕੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਇਸ ਤਰ੍ਹਾਂ ਰੱਬੀ ਹੁਕਮ ਅਧੀਨ ਧਰਮ ਦੀ ਸਥਾਪਤੀ ਅਤੇ ਏਕਾ ਕੇਂਦਰਿਤ ਮੁਗਲ ਰਾਜ ਦੀ ਸਥਾਪਤੀ ਦੇ ਵਿਰੋਧ ਵਿੱਚ ਬਹੁ ਕੇਂਦਰਿਤ ਰਾਜ ਦੀ ਸਥਾਪਤੀ ਲਈ ਯਤਨ ਕੀਤਾ ਜਾਵੇ, ਤਾਂ ਜੋ ਹਿੰਦੁਸਤਾਨ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਬਚਾਇਆ ਜਾ ਸਕੇ। ਇਸ ਉਦੇਸ਼ ਦੀ ਪੂਰਤੀ ਹਿੱਤ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ। ਗੁਰੂ ਸਾਹਿਬ ਦੁਆਰਾ ਹੁਕਮ ਜਾਰੀ ਕਰ ਦਿੱਤੇ ਗਏ ਕਿ ਗੁਰੂ ਦਰਬਾਰ ਵਿੱਚ ਚੰਗੇ ਸ਼ਸਤਰ, ਵਧੀਆ ਘੋੜੇ ਅਤੇ ਜਵਾਨ ਹਾਜ਼ਰ ਹੋਣ। ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦੇ ਵਾਧੇ ਪ੍ਰਭਾਵ ਤੋਂ ਚਿੰਤਾਤੁਰ ਹੋ ਗਿਆ ਅਤੇ ਉਸਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਗੁਰੂ ਜੀ ਕੁਝ ਸਮੇਂ ਲਈ ਇਸ ਕਿਲ੍ਹੇ ਵਿੱਚ ਕੈਦ ਰਹੇ। ਬਾਬਾ ਬੁੱਢਾ ਜੀ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਦਰਸ਼ਨਾਂ ਲਈ ਗਵਾਲੀਅਰ ਗਏ, ਪਰ ਸਮੇਂ ਦੇ ਹਾਕਮਾਂ ਨੇ ਦਰਸ਼ਨ ਕਰਨ ਦੀ ਆਗਿਆ ਨਾ ਦਿੱਤੀ।
ਬਾਬਾ ਜੀ ਨੇ ਗੁਰੂ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਦਰਬਾਰ ਸਾਹਿਬ ਅੰਦਰ ਚੌਂਕੀ ਦੀ ਰੀਤ ਚਲਾਈ, ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਜਦੋਂ ਕੁਝ ਸਮੇਂ ਬਾਅਦ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਕਿਲ੍ਹੇ ਤੋਂ ਰਿਹਾ ਕੀਤਾ ਗਿਆ ਤਾਂ ਆਪ ਜੀ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਨਾਲ ਲੈ ਕੇ ਰਿਹਾ ਹੋਏ। ਇਸ ਲਈ ਆਪ ਜੀ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਹੈ। ਗੁਰੂ ਜੀ ਦਾ ਅੰਮ੍ਰਿਤਸਰ ਪੁੱਜਣ 'ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਬਾਬਾ ਜੀ ਨੇ ਇਸ ਦਿਨ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕਰਕੇ ਖੁਸ਼ੀ ਮਨਾਈ ਅਤੇ ਉਸ ਦਿਨ ਤੋਂ ਇੱਥੇ ਦੀਵਾਲੀ ਵਾਲੇ ਦਿਨ ਦੀਪਮਾਲਾ ਹੋਣੀ ਆਰੰਭ ਹੋ ਗਈ। ਕੁਝ ਸਮੇਂ ਬਾਅਦ ਜੰਗਾਂ ਯੁੱਧਾਂ ਦਾ ਸਮਾਂ ਆ ਜਾਣ ਕਰਕੇ ਗੁਰੂ ਹੁਕਮਾਂ ਅਨੁਸਾਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਸਮੇਤ ਬੀੜ ਜਾ ਕੇ ਰਹਿਣ ਲੱਗੇ। ਗੁਰੂ ਜੀ ਯੁੱਧ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਬਿਆਸਾ ਕਿਨਾਰੇ ਰੁਹੇਲੇ ਪਿੰਡ ਕੋਲ ਟਿਕ ਗਏ ਤਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੋਵੇਂ ਗੁਰੂ ਜੀ ਦੇ ਦਰਸ਼ਨਾਂ ਲਈ ਗਏ। ਗੁਰੂ ਹਰਗੋਬਿੰਦ ਜੀ ਦੁਆਰਾ ਵਸਾਏ ਨਵੇਂ ਨਗਰ ਦਾ ਨਾਂ ਬਾਬਾ ਬੁੱਢਾ ਜੀ ਨੇ ਹਰਗੋਬਿੰਦਪੁਰ ਰੱਖਿਆ। ਬਾਬਾ ਜੀ ਕੁਝ ਸਮੇਂ ਇੱਥੇ ਰਹੇ ਅਤੇ ਆਗਿਆ ਪਾ ਕੇ ਆਪਣੇ ਪਿੰਡ ਰਮਦਾਸ ਚਲੇ ਗਏ। ਇਸ ਸਮੇਂ ਬਾਬਾ ਜੀ ਬਹੁਤ ਬਿਰਧ ਹੋ ਚੁੱਕੇ ਸਨ। ਇਸ ਲਈ ਜਾਣ ਤੋਂ ਪਹਿਲਾਂ ਬਾਬਾ ਜੀ ਨੇ ਗੁਰੂ ਜੀ ਤੋਂ ਜਦੋਂ ਯਾਦ ਕਰਾਂ ਦਰਸ਼ਨ ਦੇਣਾ ਦਾ ਪ੍ਰਣ ਲੈ ਲਿਆ। ਸਾਹਿਬ ਬੁੱਢੇ ਬਿਨਤ ਉਚਾਰੀ, ਮਹਾਰਾਜ ਸਾਹਿਬ ਅਵਤਾਰੀ। ਮੌਕੋ ਆਗਿਆ ਦੇ ਸਿਧਾਊ, ਦੀਜੋ ਦਰਸ ਦੇ ਸਿਧਾਊ। ਕਿਉਂਕਿ ਆਪ ਜੀ ਨੂੰ ਪਤਾ ਸੀ ਕਿ ਅੰਤਿਮ ਸਮਾਂ ਨੇੜੇ ਆ ਰਿਹਾ ਹੈ, ਇਸ ਲਈ ਆਪ ਆਪਣੇ ਪਰਿਵਾਰ ਕੋਲ ਆ ਗਏ ਸਨ। ਬਾਬਾ ਜੀ ਨੇ ਆਪਣੇ ਜੀਵਨ ਦਾ ਬਹੁਤ ਸਾਰਾ ਸਮਾਂ ਗੁਰੂ ਚਰਨਾਂ ਵਿੱਚ ਹੀ ਸੇਵਾ ਕਰਦਿਆਂ ਗੁਜ਼ਾਰਿਆ ਸੀ ਅਤੇ ਆਪ ਬਹੁਤ ਥੋੜ੍ਹਾ ਸਮਾਂ ਹੀ ਆਪਣੇ ਪਿੰਡ ਵਿੱਚ ਰਹਿ ਸਨ। ਹੁਣ ਬਾਬਾ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਆਪਣੇ ਪਿੰਡ ਦੇ ਸ਼ਾਹੂਕਾਰ ਨੂੰ ਗੁਰੂ ਹਰਗੋਬਿੰਦ ਜੀ ਵੱਲ ਭੇਜਿਆ ਕਿ ਉਹ ਕਿਰਪਾ ਕਰਕੇ ਦਰਸ਼ਨ ਦੇਣ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਰਮਦਾਸ ਪਹੁੰਚੇ। ਜਦੋਂ ਗੁਰੂ ਜੀ ਬਾਬਾ ਜੀ ਪਾਸ ਬੈਠੇ ਸਨ ਤਦ ਬਾਬਾ ਜੀ ਨੇ ਅਖੀਰਲੀ ਖੁਸ਼ੀ ਪ੍ਰਤੀਤ ਕੀਤੀ ਅਤੇ ਆਪਣੇ ਸਪੁੱਤਰ ਬਾਬਾ ਭਾਨਾ ਜੀ ਦੀ ਬਾਂਹ ਗੁਰੂ ਜੀ ਨੂੰ ਫੜਾ ਕੇ 16 ਨਵੰਬਰ 1631 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਹੱਥਾਂ ਵਿੱਚ ਹੀ ਚਲਾਣਾ ਕਰ ਗਏ। ਬਾਬਾ ਜੀ ਦੇ ਵਿਵਾਨ ਦੀ ਤਿਆਰੀ ਗੁਰੂ ਜੀ ਨੇ ਆਪ ਕਰਵਾਈ ਅਤੇ ਉਹਨਾਂ ਦੀ ਅਰਥੀ ਨੂੰ ਇੱਕ ਪਾਸੇ ਗੁਰੂ ਸਾਹਿਬ ਨੇ ਮੋਢਾ ਵੀ ਆਪ ਦਿੱਤਾ। ਗੁਰੂ ਜੀ ਨੇ ਬਾਬਾ ਬੁੱਢਾ ਜੀ ਦੇ ਸਰੀਰ ਨੂੰ ਚਿਖਾ ਉੱਪਰ ਬੜੇ ਆਦਰ ਭਾਵ ਨਾਲ ਰੱਖਿਆ ਅਤੇ ਆਪ ਸੰਸਕਾਰ ਕਰਵਾਇਆ। ਸੰਸਕਾਰ ਉਪਰੰਤ ਗੁਰੂ ਜੀ ਨੇ ਬਾਬਾ ਜੀ ਦੇ ਚਾਰੇ ਸਪੁੱਤਰਾਂ ਭਾਈ ਸੁਧਾਰੀ, ਭਾਈ ਭਿਖਾਰੀ, ਮਹਿਮੂ ਤੇ ਭਾਈ ਭਾਨਾ ਨੂੰ ਧੀਰਜ ਦਿੱਤਾ ਅਤੇ ਭਾਈ ਭਾਨਾ ਨੂੰ ਅੰਮ੍ਰਿਤਸਰ ਦਾ ਅਗਲਾ ਪ੍ਰਬੰਧਕ ਥਾਪਿਆ। ਇਸ ਉਪਰੰਤ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਆਰੰਭ ਕਰਵਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਬਾਣੀ ਦਾ ਵੈਰਾਗਮਈ ਕੀਰਤਨ ਹੋਇਆ ਅਤੇ ਫਿਰ ਭਾਈ ਗੁਰਦਾਸ ਜੀ ਨੇ ਬਾਬਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਅਰਦਾਸ ਕੀਤੀ। ਬਾਬਾ ਬੁੱਢਾ ਜੀ ਦਾ ਯੋਗਦਾਨ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਉਪਦੇਸ਼ ਨੂੰ ਆਪਣੇ ਜੀਵਨ 'ਚ ਅਮਲ ਵਿੱਚ ਲਿਆਂਦਾ। ਆਪਣਾ ਜੀਵਨ ਉਸ ਉਪਦੇਸ਼ ਅਨੁਸਾਰ ਢਾਲਿਆ ਅਤੇ ਉਸੇ ਉਪਦੇਸ਼ ਦੀ ਸੇਧ ਵਿੱਚ ਜੀਵਨ ਬਸਰ ਕੀਤਾ। ਇਸ ਦੇ ਫਲਸਰੂਪ ਆਪ ਪੂਰਨ ਪਦ ਨੂੰ ਪ੍ਰਾਪਤ ਹੋਏ। ਇਸ ਤਰ੍ਹਾਂ ਗੁਰੂ ਦੁਆਰਾ ਵਿਰੋਸਾਏ ਹੋਏ ਆਪ ਅਧਿਆਤਮਕਤਾ ਦੇ ਮੁਜੱਸਮਾ ਸਨ। ਆਪ ਬਹੁਤ ਤੇਜ਼ ਬੁੱਧੀ ਅਤੇ ਅਨੁਭਵੀ ਪੁਰਸ਼ ਸਨ। ਦਰਪੇਸ਼ ਵੱਡੀ ਤੋਂ ਵੱਡੀ ਔਕੜ ਜਾਂ ਮੁਸੀਬਤ ਨੂੰ ਆਪ ਤੁਰੰਤ ਹੱਲ ਕਰਨ ਦੀ ਸਮਰੱਥਾ ਰੱਖਦੇ ਸਨ ਅਤੇ ਕਦੇ ਘਬਰਾਉਂਦੇ ਨਹੀਂ ਸਨ। ਆਪ ਹਮੇਸ਼ਾ ਧੀਰਜ ਤੋਂ ਕੰਮ ਲੈਂਦੇ ਸਨ। ਜੇਕਰ ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਦੇ ਸਿੱਖੀ ਦੇ ਨਿਕਾਸ ਉਪਰੰਤ ਵਿਕਾਸ ਕਰ ਰਹੇ ਮੁੱਢਲੇ ਸਿੱਖ ਧਰਮ ਵਿੱਚ ਆਪ ਦਾ ਯੋਗਦਾਨ ਬਹੁਮੁੱਲਾ ਅਤੇ ਬਹੁਤ ਮਹੱਤਵਪੂਰਨ ਹੈ ਤਾਂ
ਕੋਈ ਅਤਕਥਨੀ ਨਹੀਂ ਹੋਵੇਗੀ। ਆਪ ਇਸ ਸਮੇਂ ਦੇ ਇਤਿਹਾਸਕਾਰ ਸਿਰਜਕਾਂ ਵਿੱਚੋਂ ਇੱਕ ਸਨ। ਇਹ ਅਤਕਥਨੀ ਨਹੀਂ ਜਾਪਦੀ, ਸਗੋਂ ਇਤਿਹਾਸਕ ਤੱਥ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦਿਖਾਈ ਦਿੰਦੇ ਹਨ। ਆਪ ਉਹਨਾਂ ਨੁਮਾਇੰਦਿਆਂ ਮਹਾਂਪੁਰਸ਼ਾਂ ਵਿੱਚੋਂ ਸਨ ਜਿਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਤਿਹਾਸ ਸਿਰਜਣ ਵਿੱਚ ਅਣਥੱਕ ਮਿਹਨਤ ਕੀਤੀ ਹੈ।